Good morning, students, and welcome to the English class. Today, we are going to start a poem from your Behive book, and this is a very interesting poem, and it is based on the theme rain. And the name of the poem is Rain on the Roof, written by Coates Kinney. So, in this poem, poet has discussed his life experience about the rain कि रेन ਦਾ ਉਹਨਾਂ ਦੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਆ ਰੇਨ ਦੀ ਰਾਈਟ ਸੋ before starting the poem I would like to give you a quick introduction of the poet. Coates Kinney was an American lawyer, politician, journalist and poet who wrote Rain on the Roof, born on 1826, Penn Yan, New York, United States, and died on 24 January 1904, Ohio, United States. So, he was not just a poet, he was also a lawyer, politician, and journalist. And his famous poem is Rain on the Roof, which we are going to read today. So, in this poem, Rain on the Roof, the poet is telling us about the memories he has of the rain. The sound of the raindrops falling on the roof of his house brings back sweet memories of the past. So, ਜਦੋਂ ਵੀ poet rain ਦੀ ਆਵਾਜ਼ ਸੁਣਦੇ ਆਪਣੀ ਰੂਫ ਦੇ ਉੱਤੇ ਦੈਨ ਉਹਨਾਂ ਦੀ ਜੋ ਪਾਸ ਦੀਆਂ ਮੈਮਰੀਜ਼ ਸੀ ਸਵੀਟ ਮੈਮਰੀਜ਼ ਉਹਨਾਂ ਨੂੰ ਉਹ ਯਾਦ ਕਰਦੇ ਆ ਕੀ ਉਹ ਮੈਮਰੀਜ਼ ਸੀ we will read in our poem. So let's start with our poem. So in stanza 1, poet is saying, when the humid shadows hover all over the starry spheres and the melancholy darkness gently weeps and rainy tears, what a bliss to press the pillow of a cottage chamber bed and lie listening to the patter of the soft rain overhead. So I will discuss the meaning of difficult words to you. So in stanza 1, hover means move around something, किसी चीज़ दे आले दुआले किसी चीज़ दा घूमना. Then melancholy means sad, bliss means happiness, cottage chamber means bedroom, patter means sound of raindrops falling on the roof. So in first stanza, poet is saying, when the humid shadows hover. Humid means ਜਿਸ ਚੀਜ਼ ਦੇ ਵਿੱਚ ਮੋਇਸਚਰ ਹੁੰਦਾ ਆ ਠੀਕ ਹੈ ਹਿਊਮਿਡ ਜਿਹਨੂੰ ਆਪਾਂ ਕਹਿ ਦਿੰਦੇ ਠੀਕ ਹੈ ਦੈਨ ਪੋਇਟ ਇਜ਼ ਸੇਇੰਗ ਸਰ ਜਿਹੜਾ ਸਕਾਈ ਆ ਹੋ ਗਿਆ ਸਟਾਰੀ ਸਫੇਅਰ ਮੀਨਸ ਰੈਫਰਸ ਟੂ ਸਟਾਰੀ ਸਫੇਅਰ ਰੈਫਰਸ ਟੂ ਸਕਾਈ ਠੀਕ ਹੈ ਆਸਮਾਨ ਦੇ ਵਿੱਚ ਜਿਹੜਾ ਕੀ ਆ ਸਟਾਰ ਸੀਗੇ ਆਸਮਾਨ ਕਲੀਅਰ ਸੀ ਬਟ ਸਡਨਲੀ ਕੀ ਹੁੰਦਾ ਆ ਜਿਹੜੇ ਹੁੰਦੇ ਆ ਕਲਾਊਡਸ ਹੁੰਦੇ ਆ ਉਹ ਆ ਜਾਂਦੇ ਆ ਘੁੰਮਣ ਲੱਗ ਜਾਂਦੇ ਆ ਹੋਵਰ ਕਰਨ ਲੱਗ ਜਾਂਦੇ ਆ ਜਿਹੜਾ ਆਸਮਾਨ ਦੇ ਇਰਦ ਗਿਰਦ ਜਿਹੜੇ ਆ ਬਾਦਲ ਜਿਹੜੇ ਆ ਬੱਦਲ ਆ ਉਹ ਘੁੰਮਣਾ ਸ਼ੁਰੂ ਕਰ ਦਿੰਦੇ ਆ ਐਂਡ ਦ ਮੈਲਨਕਲੀ ਡਾਰਕਨੈਸ ਮੈਲਨਕਲੀ ਮੀਨਸ ਸੈਡ ਦੈਨ ਪੋਇਟ ਜਿਹੜਾ ਮੈਲਨਕਲੀ ਡਾਰਕਨੈਸ ਕਹਿ ਰਿਹਾ ਆ ਕਿਹਨੂੰ ਕਹਿ ਰਿਹਾ ਕਿ ਜੇ ਬੱਦਲਾਂ ਦੇ ਆਉਣ ਦੇ ਨਾਲ ਜਿਹੜੀ ਡਾਰਕਨੈਸ ਆ ਅੰਧੇਰਾ ਛਾ ਗਿਆ ਪਹਿਲਾਂ ਕੀ ਸੀ ਸਟਾਰੀ ਸਫੇਅਰਸ ਆਸਮਾਨ ਬਿਲਕੁਲ ਸਾਫ਼ ਸੀ ਅਤੇ ਰੋਸ਼ਨੀ ਸੀ ਬਟ ਜਦੋਂ ਬੱਦਲ ਆਏ ਦੈਨ ਕੀ ਹੋਇਆ ਡਾਰਕਨੈਸ ਹਨੇਰਾ ਛਾ ਗਿਆ ਜੈਂਟਲੀ ਵੀਵਸ ਇਨ ਰੇਨੀ ਟੇਅਰਸ ਐਂਡ ਰੇਨੀ ਟੇਅਰਸ ਮੀਨਸ ਜੋ ਬੱਦਲ ਫਿਰ ਜਿਹੜੇ ਆ ਉਹਨਾਂ ਦੇ ਵਿੱਚੋਂ ਕੀ ਆ ਬਾਰਿਸ਼ ਹੋਣੀ ਸ਼ੁਰੂ ਹੋ ਗਈ ਅਤੇ ਪੋਇਟ ਜੋ ਹੈ ਉਹ ਰੇਨੀ ਟੇਅਰਸ ਨੂੰ ਕੀ ਕਹਿ ਰਿਹਾ ਆ ਰੇਨੀ ਟੇਅਰਸ ਆ ਉਹ ਕੀ ਆ ਟੇਅਰਸ ਕਹਿ ਰਿਹਾ ਆ ਵਾਟਰ ਜਿਹੜੀਆਂ ਡਰੋਪਸ ਆ ਰੇਨ ਡਰੋਪਸ ਆ ਪੋਇਟ ਉਹਨਾਂ ਨੂੰ ਵਾਟ ਅ ਬਲਿਸ ਟੂ ਪ੍ਰੈਸ ਦ ਪਿਲੋ ਹੁਣ ਕਹਿੰਦਾ ਕਿ ਪੋਇਟ ਕਹਿੰਦਾ ਕਿ ਕਿੰਨਾ ਖੁਸ਼ੀ ਦਾ ਗੱਲ ਹੁੰਦੀ ਹੈ ਜਦੋਂ ਇੱਦਾਂ ਦੀ ਬਾਰਿਸ਼ ਹੁੰਦੀ ਹੋਵੇ ਬਾਹਰ ਅਤੇ ਤੁਸੀਂ ਆਪਣਾ ਜਿਹੜਾ ਸਿਰ ਆ ਉਹ ਆਪਣੇ ਪਿੱਲੋ ਦੇ ਵਿੱਚ ਕੀ ਆ ਦਬਾਉਂਦੇ ਹੋ ਹੈਪੀਨੈਸ ਦੇ ਨਾਲ ਆਫ ਅ ਕਾਟੇਜ ਚੈਂਬਰ ਕਾਟੇਜ ਮੀਨਸ ਬੈਡਰੂਮ ਜਿਹਦੇ ਵਿੱਚ ਪੋਇਟ ਜਿਹੜਾ ਲੇਟਿਆ ਹੋਇਆ ਆ ਦੈਨ ਜੋ ਰਾਤ ਦਾ ਟਾਈਮ ਹੈ
ਸੌਣ ਵਾਸਤੇ ਲੇਟਿਆ ਹੋਇਆ ਹੈ, ਬਟ ਸਡਨਲੀ ਕੀ ਆ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਦੈਨ ਪੋਇਟ ਕੀ ਕਰਦਾ ਹੈ, ਆਪਣਾ ਸਿਰ ਜਿਹੜਾ ਹੈ ਉਹ ਪਿੱਲੋ ਦੇ ਵਿੱਚ ਬੜੀ ਹੈਪੀਨੈਸ ਦੇ ਨਾਲ ਦਬਾਉਂਦਾ ਹੈ, ਮਤਲਬ ਬਹੁਤ ਖੁਸ਼ ਹੈ ਉਹ ਜਦੋਂ ਰੇਨ ਆ ਜਾਂਦੀ ਆ ਰੇਨ ਨੂੰ ਦੇਖ ਕੇ। ਐਂਡ lie listening to the patter of the soft rain overhead। ਹੁਣ ਪੈਟਰ ਹੁੰਦੀ ਆ ਸਾਊਂਡ ਜਿਹੜੀ ਕਿ ਰੇਨ ਡਰੋਪਸ ਦੇ ਨਾਲ ਬਣਦੀ ਆ। ਹੁਣ ਜਿਹੜੀ ਪੈਟਰ ਦੀ ਆਵਾਜ਼ ਹੁੰਦੀ ਆ ਨਾ ਉਹ ਹਰੇਕ ਛੱਤ ਦੇ ਉੱਤੇ ਜਦੋਂ ਬਾਰਿਸ਼ ਪੈਂਦੀ ਆ ਨਹੀਂ ਆਉਂਦੀ। ਲਾਈਕ ਜਿੱਦਾਂ ਸੀਮੈਂਟ ਦੀਆਂ ਹੁਣ ਛੱਤਾਂ ਆ ਆਪਣੀਆਂ, ਠੀਕ ਹੈ, ਉੱਥੇ ਪੈਟਰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਇਹ ਜਿਹੜੀ ਆਵਾਜ਼ ਹੈ ਇਹ ਜਿਹੜੀਆਂ ਸਪੈਸ਼ਲ ਜਿਹੜੀਆਂ ਰੂਫਸ ਹੁੰਦੀਆਂ ਆ ਅਲੱਗ, ਜਿੱਦਾਂ ਆਪਾਂ ਟੀਨ ਦੀ ਕਹਿ ਸਕਦੇ ਹਾਂ ਨਾ, ਛੱਤਾਂ ਹੁੰਦੀਆਂ ਆ ਉਹਨਾਂ ਦੇ ਉੱਤੇ ਜਦੋਂ ਪੈਂਦੀ ਆ ਫਿਰ ਪੈਟਰ ਦੀ ਆਵਾਜ਼ ਆਉਂਦੀ ਆ। ਸੋ ਪੈਟਰ ਇਜ਼ ਸਾਊਂਡ ਆਫ ਰੇਨ ਡ੍ਰੌਪਸ ਫਾਲਿੰਗ ਔਨ ਦਾ ਰੂਫ, ਠੀਕ ਹੈ। ਸੋ ਇਨ ਫਸਟ ਸਟੈਂਜ਼ਾ ਪੋਇਟ ਇਜ਼ ਸੇਇੰਗ ਕਿ ਜਦੋਂ ਇਹ ਸਾਰਾ ਮਾਹੌਲ ਬਣਦਾ ਆ ਬਾਰਿਸ਼ ਦਾ, ਸਡਨਲੀ ਬਾਰਿਸ਼ ਆ ਜਾਂਦੀ ਆ, ਦੈਨ ਉਹਦੀਆਂ ਜੋ ਸਵੀਟ ਮੈਮਰੀਜ਼ ਆ ਉਹ ਕੀ ਆ, ਉਹ ਬੜਾ ਹੀ ਖੁਸ਼ ਹੋ ਜਾਂਦਾ ਉਹਨਾਂ ਨੂੰ ਯਾਦ ਕਰਕੇ। ਅਤੇ ਉਹ ਆਪਣੇ ਬੈਡਰੂਮ ਦੇ ਵਿੱਚ ਲੇਟਿਆ ਹੋਇਆ ਅਤੇ ਛੱਤ ਦੇ ਉੱਤੇ ਹੋ ਰਹੀ ਆਵਾਜ਼ ਜਿਹੜੀ ਬਾਰਿਸ਼ ਦੇ ਦੁਆਰਾ ਹੋ ਰਹੀ ਆ ਉਹਨੂੰ ਕੀ ਆ ਉਹ ਇੰਜੋਏ ਕਰ ਰਿਹਾ ਆ, ਬਹੁਤ ਖੁਸ਼ ਹੋ ਰਿਹਾ ਆ। ਦੈਨ ਇਨ ਸੈਕਿੰਡ ਸਟੈਂਜ਼ਾ ਪੋਇਟ ਇਜ਼ ਸੇਇੰਗ every tinkle on the shingles has an echo in the heart and 1,000 dreamy fancies into busy being start and 1,000 recollections beat their ear threads into woof as I listen to the patter of the rain upon the roof। Now second stanza ਦੇ ਵਿੱਚ shingles means rectangular wooden tiles used on roofs। ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ shingles ਹੁੰਦੀਆਂ ਆ, ਟਾਇਲਸ ਹੁੰਦੀਆਂ ਆ, ਠੀਕ ਹੈ, ਵੁਡਨ ਦੀਆਂ ਲੱਕੜੀ ਦੀਆਂ ਟਾਈਲਸ ਹੁੰਦੀਆਂ ਜਿਹੜੀਆਂ ਕਿ ਰੂਫਸ ਬਣਾਉਣ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਆ, ਠੀਕ ਹੈ। ਸੋ ਐਗੋ ਹੁੰਦੀ ਹੈ ਰਿਪੀਟਿਡ ਸਾਊਂਡ, ਜਦੋਂ ਕੋਈ ਆਵਾਜ਼ ਤੁਸੀਂ ਦਿੰਦੇ ਹੋ ਰਿਪੀਟ ਹੋ ਕੇ ਵਾਪਸ ਆਉਂਦੀ ਆ। ਬਿਜ਼ੀ ਬੀਇੰਗ ਮੀਨਸ ਬਿਜ਼ੀ ਹਿਊਮਨਸ ਐਂਡ ਵੂਫ ਮੀਨਸ ਦ ਥਰੈਡ ਵੋਵਨ ਅਕਰੋਸ ਦਾ ਲੂਮ। ਹੁਣ ਦੇਖੋ ਇੱਕ ਜਿਹੜਾ ਕੱਪੜਾ ਹੁੰਦਾ ਆ, ਕੋਈ ਵੀ ਕੱਪੜਾ ਹੋਵੇ, ਉਹਦੀ ਜਿਹੜੀ ਬੁਣਾਈ ਹੁੰਦੀ ਹੈ, ਠੀਕ ਹੈ ਨਾ, ਬੁਣਾਈ ਜਿਹੜੀ ਹੁੰਦੀ ਆ ਉਹ ਕੀ ਹੈ, ਕ੍ਰਿਸ ਕ੍ਰੋਸ ਹੁੰਦੀ ਆ, ਠੀਕ ਹੈ। ਜਦੋਂ ਕ੍ਰਿਸ ਕ੍ਰੋਸ ਕਰਕੇ ਤੁਸੀਂ ਉਸ ਬੁਣਾਈ ਨੂੰ ਕਰਦੇ ਹੋ ਅਤੇ ਫਿਰ ਕੱਪੜਾ ਤਿਆਰ ਹੁੰਦਾ ਆ। ਅਤੇ ਵੂਫ ਦਾ ਮਤਲਬ ਹੁੰਦਾ ਆ ਉਹ ਜਿਹੜੀ ਬੁਣਾਈ ਹੁੰਦੀ ਆ, ਲੂਮ ਉਹ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਖੱਡੀ ਵਗੈਰਾ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਠੀਕ ਹੈ, ਉਹਦੇ ਉੱਤੇ ਲਗਾ ਕੇ ਜਿਹੜਾ ਕੱਪੜਾ ਬੁਣਿਆ ਜਾਂਦਾ ਆ ਉਹਨੂੰ ਆਪਾਂ ਲੂਮ ਕਹਿੰਦੇ ਹਾਂ, ਠੀਕ ਹੈ। ਸੋ ਇਸ ਸਟੈਂਜ਼ਾ ਦੇ ਵਿੱਚ ਪੋਇਟ ਕੀ ਕਹਿ ਰਿਹਾ ਹੈ ਕਿ ਜਿਹੜੀ ਆਵਾਜ਼ ਜਿਹੜੀ ਆ ਜਦੋਂ ਹੁੰਦੀ ਹੈ ਟਾਇਲਸ ਦੇ ਉੱਤੇ ਰੇਨ ਪੈਂਦੀ ਹੈ ਅਤੇ ਆਵਾਜ਼ ਹੁੰਦੀ ਆ, ਅਤੇ ਉਹਦੀ ਜਿਹੜੀ ਆਵਾਜ਼ ਹੈ ਰੇਨ ਡ੍ਰੌਪਸ ਦੀ ਉਹ ਰਿਪੀਟ ਹੁੰਦੀ ਆ, ਠੀਕ ਹੈ। ਅਤੇ ਉਹ ਰਿਪੀਟ ਹੋ ਕੇ ਕੀ ਆ ਪੋਇਟ ਦੇ ਹਾਰਟ ਨੂੰ ਕੀ ਆ ਟੱਚ ਕਰਦੀ, ਮੀਨਸ ਉਹਦੀ ਜਿਹੜੀਆਂ ਮੈਮਰੀਜ਼ ਆ ਉਹਨਾਂ ਨੂੰ ਯਾਦ ਕਰਵਾਉਂਦੀ ਆ। ਐਂਡ 1,000 ਡ੍ਰੀਮੀ ਫੈਂਸੀਜ਼, ਡ੍ਰੀਮੀ ਫੈਂਸੀਜ਼ ਮੀਨਸ ਬਹੁਤ ਸਾਰੀਆਂ ਜਿਹੜੀਆਂ ਮੈਮਰੀਜ਼ ਸੀਗੀਆਂ ਪਾਸਟ ਦੀਆਂ ਪੋਇਟ ਦੀਆਂ ਉਹ ਉਹਨੂੰ ਯਾਦ ਆ ਜਾਂਦੀਆਂ ਆ, ਬਾਰ-ਬਾਰ ਉਹਨੂੰ ਰਿਪੀਟ ਹੋ ਕੇ ਉਸ ਸਾਊਂਡ ਦੇ ਨਾਲ ਆਪਣੀਆਂ ਮੈਮਰੀਜ਼ ਵੀ ਯਾਦ ਆਉਂਦੀਆਂ ਆ। ਇਨਟੂ ਬਿਜ਼ੀ ਬੀਇੰਗ ਸਟਾਰਟ, ਬਿਜ਼ੀ ਬੀਇੰਗ ਮੀਨਸ ਬਿਜ਼ੀ ਹਿਊਮਨਸ। ਦੈਨ ਜਿਹੜੀ ਹੁਣ ਪੋਇਟ ਕਹਿ ਰਿਹਾ ਕਿ ਲਾਈਫ ਦੇ ਵਿੱਚ ਇਨਸਾਨ ਬਹੁਤ ਜ਼ਿਆਦਾ ਕੀ ਆ ਬਿਜ਼ੀ ਹੋ ਗਿਆ ਹੈ, ਠੀਕ ਹੈ, ਬਟ ਹੁਣ ਜਦੋਂ ਉਹ ਆਵਾਜ਼ ਸੁਣਦਾ ਆ ਦੈਨ ਉਹਨੂੰ ਕੀ ਆ ਸਭ ਕੁਝ ਜਿਹੜੀਆਂ ਮੈਮਰੀਜ਼ ਉਹਦੀਆਂ ਜਿਹਨਾਂ ਨੂੰ ਸਮਹਾਓ ਕਿਤੇ ਨਾ ਕਿਤੇ ਉਹ ਭੁੱਲ ਚੁੱਕਾ ਹੁੰਦਾ, ਬਟ ਫਿਰ ਉਹਦੇ ਮਨ ਦੇ ਵਿੱਚ ਦੁਬਾਰਾ ਉਹ ਮੈਮਰੀਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਰੇਨ ਦੀ ਆਵਾਜ਼ ਸੁਣ ਕੇ, ਠੀਕ ਹੈ। ਦੈਨ ਐਂਡ 1,000 ਰੀਕਲੈਕਸ਼ਨਸ, ਬਹੁਤ ਸਾਰੀਆਂ ਜਿਹੜੀਆਂ ਰੀਕਲੈਕਸ਼ਨਸ ਆ ਅਤੇ ਉਹਦੀਆਂ ਜਿਹੜੀਆਂ ਰੀਕਲੈਕਸ਼ਨਸ ਆ ਉਹ ਕੀ ਕਰਦੀਆਂ ਆ, ਉਹ ਹਵਾ ਦੇ ਵਿੱਚ ਏਅਰ ਥ੍ਰੈਡਸ ਹੁੰਦਾ ਹੈ ਹਵਾ ਦੇ ਧਾਗੇ, ਬਟ ਹਵਾ ਦੇ ਕੋਈ ਧਾਗੇ ਨਹੀਂ ਹੁੰਦੇ। ਹਵਾ ਦੇ ਧਾਗੇ ਨੂੰ ਪੋਇਟ ਜਿਹੜਾ ਯੂਜ਼ ਕਰ ਰਿਹਾ ਆ ਕਿ ਉਹਦੇ ਜਿਹੜੀਆਂ ਮੈਮਰੀਜ਼ ਆ ਉਹ ਕੀ ਆ ਬੁਣਨੀਆਂ ਸ਼ੁਰੂ ਹੋ ਜਾਂਦੀਆਂ ਆਪਸ ਦੇ ਵਿੱਚ। ਜਿੱਦਾਂ ਮੈਂ ਦੱਸਿਆ ਕਿ ਕੱਪੜਾ ਬੁਣਦੇ ਹਾਂ ਆਪਾਂ ਕ੍ਰਿਸ ਕ੍ਰੋਸ ਕਰਕੇ, ਉੱਦਾਂ ਹੀ ਜਿਹੜੀਆਂ ਉਹਦੀਆਂ ਰੀਕਲੈਕਸ਼ਨਸ ਆ ਉਹਦੀਆਂ ਮੈਮਰੀਜ਼ ਆ ਉਹ ਕ੍ਰਿਸ ਕ੍ਰੋਸ ਹੋ ਕੇ ਬੁਣ ਰਹੀਆਂ ਆ ਆਪਸ ਦੇ ਵਿੱਚ, ਠੀਕ ਹੈ। ਦੈਨ ਐਂਡ ਆਈ ਲਿਸਨ ਟੂ ਦਾ ਪੈਟਰ, ਦੈਨ ਪੋਇਟ ਕਹਿੰਦਾ ਕਿ ਮੈਂ ਜਦੋਂ ਪੈਟਰ ਦੀ ਆਵਾਜ਼ ਬਾਰਿਸ਼ ਦੀ ਜਿਹੜੀ ਡ੍ਰੌਪਸ ਦੀ ਆਵਾਜ਼ ਸੁਣਦਾ ਆ, ਸਾਊਂਡ ਸੁਣਦਾ ਆ ਉਹ ਆਪਣੀ ਰੂਫ ਦੇ ਉੱਤੇ, ਅਤੇ ਮੈਨੂੰ ਸਾਰੀਆਂ ਇਹ ਜਿਹੜੀਆਂ ਮੈਮਰੀਜ਼ ਮੇਰੀਆਂ ਪਾਸਟ ਦੀਆਂ ਉਹ ਮੇਰੇ ਮਾਈਂਡ ਦੇ ਵਿੱਚ ਆ ਜਾਂਦੀਆਂ ਆ। ਦੈਨ ਇਨ ਥਰਡ ਸਟੈਂਜ਼ਾ ਪੋਇਟ ਇਜ਼ ਸੇਇੰਗ ਨਾਓ ਇਨ ਮੈਮਰੀ ਕਮਸ ਮਾਈ ਮਦਰ as she used in years agone to regard the darling dreamers ere she left them till the dawn
Oh, I feel her fond look on me as I listen to this refrain, which is played upon the shingles by the patter of the rain. So, ਐਰੇ ਮਤਲਬ ਹੁੰਦਾ ਆ ਬਿਫੋਰ, ਇੱਕ ਪੋਇਟ ਦੇ ਪੋਇਮ ਦੇ ਵਿੱਚ ਯੂਜ਼ ਕਰਨ ਵਾਲੀ ਟਰਮ ਹੈ ਐਰ, ਜਿਹਦਾ ਮਤਲਬ ਹੈਗਾ ਬਿਫੋਰ। ਦੈਨ ਡਾਨ ਮਤਲਬ ਹੁੰਦਾ ਡੇ ਬ੍ਰੇਕ, ਜਿਹੜਾ ਸਨਰਾਈਜ਼ ਦਾ ਟਾਈਮ ਹੁੰਦਾ ਆ। ਐਂਡ ਲਿਸਟ ਮੀਨਸ ਲਿਸਨ। ਰੈਫਰੇਨ ਮੀਨਸ ਆ ਰਿਪੀਟਡ ਪਾਰਟ ਆਫ ਅ ਸੌਂਗ ਔਰ ਪੋਇਮ, ਕਿਸੇ ਗਾਣੇ ਨੂੰ ਜਾਂ ਕਿਸੇ ਪੋਇਮ ਨੂੰ ਰਿਪੀਟ ਕਰਨਾ। ਤੇ ਬਟ ਇੱਥੇ ਇਹਦਾ ਮਤਲਬ ਕੀ ਆ, ਰੇਨ ਆ, ਠੀਕ ਹੈ, ਪੋਇਮ ਜਾਂ ਫਿਰ ਸੌਂਗ ਨਹੀਂ ਆ, ਇੱਥੇ ਦਾ ਮਤਲਬ ਹੈਗਾ ਆ ਰੇਨ। ਵਿਚ ਇਜ਼ ਪਲੇਡ ਅਪੋਨ ਦ ਸ਼ਿੰਗਲਸ ਬਾਏ ਦ ਪੈਟਰ ਆਫ ਦ ਰੇਨ। ਨਾਓ ਇਨ ਦਿਸ ਸਟੈਂਜ਼ਾ ਪੋਇਟ ਇਜ਼ ਸੇਇੰਗ, ਹੁਣ ਉਹਦੀਆਂ ਜਿਹੜੀਆਂ ਮੈਮਰੀਜ਼ ਅਸੀਂ ਪੜ੍ਹਿਆ ਕਿ ਉਹਦੇ ਮਾਈਂਡ ਦੇ ਵਿੱਚ ਬਹੁਤ ਸਾਰੀਆਂ ਰੀਕਲੈਕਸ਼ਨਸ ਪਾਸ ਦੀਆਂ ਆਉਂਦੀਆਂ ਆ, ਮੈਮਰੀਜ਼ ਆਉਂਦੀਆਂ ਆ, ਅਤੇ ਹੁਣ ਉਹਨਾਂ ਮੈਮਰੀਜ਼ ਦੇ ਵਿੱਚੋਂ ਇੱਕ ਮੈਮਰੀ ਉਹਦੀ ਮਦਰ ਦੀ ਹੈ, ਠੀਕ ਹੈ। ਉਹਦੇ ਮਦਰ ਦੀ ਇੱਕ ਮੈਮਰੀ ਉਹਦੇ ਮਾਈਂਡ ਦੇ ਵਿੱਚ ਆਈ ਆ ਬਹੁਤ ਟਾਈਮ ਅਗੋਨ, ਮੀਨਸ ਬਹੁਤ ਟਾਈਮ ਪਹਿਲੇ, ਜਦੋਂ ਉਹਦੀ ਮਦਰ ਸੀ। ਹੁਣ ਉਹਦੀ ਮਦਰ ਉਹਦੇ ਨਾਲ ਨਹੀਂ ਆ। ਦੈਨ ਉਹ ਕਹਿੰਦਾ ਜਦੋਂ ਮੇਰੀ ਮਦਰ ਸੀ ਤਾਂ ਕਿੰਨਾ ਉਹਦੀਆਂ ਜਿਹੜੀਆਂ ਮੈਮਰੀਜ਼ ਆ ਉਹਦੇ ਮਾਈਂਡ ਦੇ ਵਿੱਚ, ਪੋਇਟ ਦੇ ਵਿੱਚ ਆ ਰਹੀਆਂ ਕਿ ਉਹ ਬਹੁਤ ਉਹਨੂੰ ਪਿਆਰ ਕਰਦੀ ਸੀ, ਉਹਦੀ ਮਦਰ ਜਿਹੜੀ ਸੀ। ਦੈਨ ਸ਼ੀ ਫੈਲਟ ਦੈਮ ਟਿਲ ਡੌਨ, ਉਹਨੂੰ ਜਿਹੜਾ ਸਨਰਾਈਜ਼ ਤੱਕ ਮਤਲਬ ਦੇਰ ਤੱਕ ਸੌਣ ਦਿੰਦੀ ਸੀ ਉਹਦੀ ਮਦਰ ਜਿਹੜੀ ਸੀ। ਬਟ ਹੁਣ ਉਹ ਵੱਡਾ ਹੋ ਚੁੱਕਾ ਆ, ਉਹਦੀ ਲਾਈਫ ਦੇ ਵਿੱਚ ਰਿਸਪੋਂਸੀਬਿਲਿਟੀਜ਼ ਆ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਜੋਏ ਨਹੀਂ ਕਰ ਪਾ ਰਿਹਾ ਪੋਇਟ ਜਿਹੜਾ, ਠੀਕ ਹੈ। ਦੈਨ ਉਹ ਕਹਿੰਦਾ ਐਜ਼ ਆਈ ਲਿਸਨ ਟੂ ਦਿਸ ਰੈਫਰੇਨ, ਉਹ ਕਹਿੰਦਾ ਜਦੋਂ ਮੈਂ ਇਸ ਰੈਫਰੇਨ ਨੂੰ ਸੁਣਦਾ ਆ, ਰਿਪੀਟਿਡ ਸਾਊਂਡ ਨੂੰ ਸੁਣਦਾ ਆ ਰੇਨ ਦੇ ਨੂੰ, ਦੈਨ ਵਿਚ ਇਜ਼ ਪਲੇਡ ਅਪੋਨ ਦ ਸ਼ਿੰਗਲਸ, ਜਿਹੜੀ ਕਿ ਸ਼ਿੰਗਲਸ ਅਸੀਂ ਪੜ੍ਹਿਆ ਨਾ, ਜਿਹੜੀਆਂ ਰੂਫ ਵੁਡਨ ਟਾਇਲਸ ਹੁੰਦੀਆਂ ਆ ਛੱਤ ਦੇ ਉੱਤੇ, ਉਹਦੇ ਉੱਤੇ ਕਹਿੰਦਾ ਜਦੋਂ ਮੈਂ ਪੈਟਰ ਸਾਊਂਡ ਸੁਣਦਾ ਆ ਰੇਨ ਦੀ, ਦੈਨ ਮੇਰੇ ਮਾਈਂਡ ਦੇ ਵਿੱਚ ਇਹ ਸਾਰਾ ਕੁਝ ਆਉਂਦਾ ਆ ਅਤੇ ਮੈਨੂੰ ਇਹ ਸਾਰਾ ਕੁਛ ਯਾਦ ਕਰਵਾਉਂਦਾ ਆ, ਠੀਕ ਹੈ। ਸੋ ਇਹ ਸਾਰੀਆਂ ਮੈਮਰੀਜ਼ ਜੋ ਜੁੜੀਆਂ ਹੋਈਆਂ ਆ ਪੋਇਟ ਦੀਆਂ ਇਸ ਰੇਨੀ ਸੀਜ਼ਨ ਦੇ ਨਾਲ, ਜਦੋਂ ਵੀ ਉਹ ਇਸ ਰੇਨ ਨੂੰ ਮਹਿਸੂਸ ਕਰਦਾ ਆ ਜਾਂ ਰੇਨ ਦੀਆਂ ਡਰੋਪਸ ਨੂੰ ਉਹ ਮਹਿਸੂਸ ਕਰਦਾ ਆਪਣੀ ਛੱਤ ਦੇ ਉੱਤੇ, ਉਹਦੇ ਮਾਈਂਡ ਦੇ ਵਿੱਚ ਸਾਰੀਆਂ ਪਾਸਟ ਦੀਆਂ ਜਿਹੜੀਆਂ ਮੈਮਰੀਜ਼ ਆ ਉਹ ਆ ਜਾਂਦੀਆਂ। ਸੋ ਕੀ ਹੈ, ਇਹ ਸਾਰੀਆਂ ਜੋ ਮੈਮਰੀਜ਼ ਆ ਉਹ ਪੋਇਟ ਦੇ ਮਾਈਂਡ ਦੇ ਵਿੱਚ ਆਉਂਦੀਆਂ ਜਦੋਂ ਵੀ ਉਹ ਰੇਨ ਦੀ ਆਵਾਜ਼ ਸੁਣਦਾ ਆ, ਠੀਕ ਹੈ ਸਟੂਡੈਂਟਸ। ਦਿਸ ਇਜ਼ ਆਲ ਅਬਾਊਟ ਯੂਰ ਪੋਇਮ। ਨਾਓ ਵੀ ਵਿਲ ਡਿਸਕਸ ਦ ਲਿਟਰੇਰੀ ਡਿਵਾਈਸਿਸ। ਸੋ ਪਹਿਲਾਂ ਤਾਂ ਰਾਈਮ ਸਕੀਮ ਦੇਖਾਂਗੇ ਇਸ ਪੋਇਮ ਦੀ। ਦ ਰਾਈਮ ਸਕੀਮ ਇਜ਼ ABCBDEFE। ਲਾਈਕ ਏ ਜਿਹੜੀ ਸਾਊਂਡ ਹੈ ਹੋਵਰ, ਦੈਨ ਸਫੇਅਰਸ, ਦੈਨ C, ਦੈਨ B, ਦੈਨ DEFE। ਹੁਣ ਦੇਖੋ ਇਹਦੇ ਵਿੱਚ ਜਿਹੜੀ E ਸਾਊਂਡ ਹੈ ਉਹ ਰਿਪੀਟ ਹੋ ਰਹੀ ਹੈ, ਬੈਡ ਰਿਪੀਟ ਹੋ ਰਿਹਾ ਆ, ਉਹਦੀ ਸਾਊਂਡ ਮੈਚ ਹੋ ਰਹੀ ਆ ਓਵਰਹੈਡ ਦੇ ਨਾਲ, ਠੀਕ ਹੈ। ਦੈਨ ਇਹ ਹੈਗੀ ਆ ਹਰੇਕ ਸਟਾਂਜ਼ਾ ਦੇ ਵਿੱਚ ਸੇਮ ਹੀ ਰਾਈਮ ਸਕੀਮ ਹੈ, ਠੀਕ ਹੈ ਸਟੂਡੈਂਟਸ। ਸੋ ਜੋ ਐਲੀਟਰੇਸ਼ਨ ਇਹਦੇ ਵਿੱਚ ਲਿਟਰੇਰੀ ਡਿਵਾਈਸ ਯੂਜ਼ ਕੀਤੀ ਗਈ ਆ। Alliteration ਕੀ ਹੁੰਦਾ ਹੈ, is a literary device where two or more words in a phrases or line of poetry share the same beginning consonant sounds। ਜਦੋਂ ਇੱਕ ਲਾਈਨ ਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਵਰਡਸ ਦੀ ਸ਼ੁਰੂਆਤ ਸੇਮ ਕੌਨਸੋਨੈਂਟ ਸਾਊਂਡ ਦੇ ਨਾਲ ਹੁੰਦੀ ਆ, ਉਹਨੂੰ ਆਪਾਂ ਐਲੀਟਰੇਸ਼ਨ ਕਹਿੰਦੇ ਆ। ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਦੇ ਵਿੱਚ ਜਿਹੜੇ ਇੱਕ ਲਾਈਨ ਦੇ ਵਿੱਚ ਲਾਈਕ ਫਸਟ ਦੇ ਵਿੱਚ H ਸਾਊਂਡ ਰਿਪੀਟ ਹੋ ਰਹੀ, ਦੈਨ S ਸਾਊਂਡ, ਦੈਨ P ਐਂਡ ਦੈਨ L ਸਾਊਂਡ, ਠੀਕ ਹੈ। ਸੋ ਦਿਸ ਇਜ਼ ਕਾਲਡ ਐਲੀਟਰੇਸ਼ਨ। ਨੈਕਸਟ ਇਜ਼ ਸਟੈਂਜ਼ਾ 1 ਦੇ ਵਿੱਚ ਹੀ ਓਨੋਮੋਟੈਪੀਆ ਜਿਹੜੀ ਟਰਮ ਹੈ। ਓਨੋਮੋਟੈਪੀਆ ਹੁੰਦਾ ਕੀ ਹੈ, ਦ ਯੂਜ਼ ਆਫ ਸਾਊਂਡ ਵਰਡਸ ਨੂੰ ਯੂਜ਼ ਕਰਨਾ। ਲਾਈਕ ਪੈਟਰ ਹੈ, ਠੀਕ ਹੈ, ਸਾਊਂਡ ਵਰਡ ਹੈ ਨਾ। ਇੱਕ ਇਹਦੀ ਸਾਊਂਡ ਵਰਡ ਹੈ ਰੇਨ ਦੀ, ਜਦੋਂ ਰੇਨ ਦੀ ਆਵਾਜ਼ ਹੁੰਦੀ ਆ। ਸੋ ਇੱਦਾਂ ਦੀਆਂ ਜਿਹੜੀਆਂ ਜਦੋਂ ਵੋਇਸ ਨੂੰ ਸਾਊਂਡ ਨੂੰ ਐਜ਼ ਅ ਵਰਡ ਆਪਾਂ ਯੂਜ਼ ਕਰਦੇ ਹਾਂ, ਉਹਨੂੰ ਓਨੋਮੋਟੈਪੀਆ ਕਿਹਾ ਜਾਂਦਾ ਆ, ਰਾਈਟ। ਨੈਕਸਟ ਇਹਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਹੋਇਆ ਇਸ ਸਟੈਂਜ਼ਾ ਦੇ ਵਿੱਚ। ਡਾਰਕਨੈਸ, ਪਰਸੋਨੀਫਿਕੇਸ਼ਨ ਇਜ਼ ਟਰੀਟਿੰਗ ਅ ਨੋਨ ਲਿਵਿੰਗ ਥਿੰਗ ਐਜ਼ ਅ ਲਿਵਿੰਗ ਬੀਇੰਗ। ਕਿਸੇ ਨੋਨ ਲਿਵਿੰਗ ਥਿੰਗ ਨੂੰ ਇੱਕ ਲਿਵਿੰਗ ਥਿੰਗ ਮੰਨਣਾ, ਠੀਕ ਹੈ, ਜਾਂ ਫਿਰ ਉਹਨੂੰ ਯੂਜ਼ ਕਰਨਾ ਐਜ਼ ਅ ਲਿਵਿੰਗ ਥਿੰਗ। ਡਾਰਕਨੈਸ ਨੂੰ ਐਜ਼ ਅ ਲਿਵਿੰਗ ਥਿੰਗ ਯੂਜ਼ ਕੀਤਾ ਗਿਆ ਹੈ ਇੱਥੇ, ਠੀਕ ਹੈ। ਸੋ
darkness has been personified when he says that it is sad. ਹੁਣ ਪੋਇਟ ਨੇ ਇਹਦੇ ਵਿੱਚ ਡਾਰਕਨੈਸ ਨੂੰ ਸੈਡ ਕੀਤਾ ਹੈ। ਹੁਣ ਸੈਡ ਕੌਣ ਹੁੰਦਾ ਆ? ਹਿਊਮਨ ਬੀਇੰਗ ਹੀ ਹੁੰਦੇ ਆ ਸੈਡ, ਇਸ ਕਰਕੇ ਡਾਰਕਨੈਸ ਨੂੰ ਪਰਸੋਨੀਫਾਈ ਕੀਤਾ ਗਿਆ ਹੈ ਇਸ ਸਟੈਂਜ਼ਾ ਦੇ ਵਿੱਚ। ਨੈਕਸਟ ਵੀ ਹੈਵ ਇਨ ਸਟੈਂਜ਼ਾ 1 ਮੈਲਨਕਲੀ ਡਾਰਕਨੈਸ। ਫਿਰ ਕੀ ਆ ਇਹ ਜਿਹੜਾ ਆ ਰੈਫਰਸ ਕੀਤਾ ਗਿਆ ਆ ਸੈਡ ਪੀਪਲ ਨੂੰ, ਸੈਡ ਲੋਕਾਂ ਨੂੰ ਰੈਫਰ ਕੀਤਾ ਗਿਆ ਆ, ਰਾਈਟ। ਸੋ ਨੈਕਸਟ ਸੈਕਿੰਡ ਸਟੈਂਜ਼ਾ ਦੇ ਵਿੱਚ ਅਗੇਨ ਤੁਸੀਂ ਦੇਖ ਸਕਦੇ ਹੋ ਓਨੋਮੋਟੈਪੀਆ, ਟਿੰਕਲ ਜੋ ਹੈ, ਠੀਕ ਹੈ, ਇਹ ਵੀ ਸਾਊਂਡ ਵਰਡ ਹੈ। ਦੈਨ ਐਲੀਟਰੇਸ਼ਨ ਅਗੇਨ ਬਿਜ਼ੀ, ਬੀਇੰਗ, ਬੀ ਸਾਊਂਡ ਰਿਪੀਟ ਹੋ ਰਹੀ ਹੈ। ਰੇਨ, ਰੂਫ, ਲਾਸਟ ਲਾਈਨ ਦੇ ਵਿੱਚ ਆਰ ਸਾਊਂਡ ਰਿਪੀਟ ਹੋ ਰਹੀ ਹੈ। ਦੈਨ ਅਗੇਨ ਪਰਸੋਨੀਫਿਕੇਸ਼ਨ, ਰੀਕਲੈਕਸ਼ਨਸ ਹੈਜ਼ ਬੀਨ ਪਰਸੋਨੀਫਾਈਡ। ਨੈਕਸਟ ਸੈਕਿੰਡ ਸਟੈਂਜ਼ਾ ਦੇ ਵਿੱਚ ਅਗੇਨ ਟਰਾਂਸਫਰਡ ਐਪੀਥੈਟ ਦਾ ਯੂਜ਼ ਕੀਤਾ ਆ। ਨਾਓ ਵਾਟ ਇਜ਼ ਟਰਾਂਸਫਰਡ ਐਪੀਥੈਟ? ਇਸ ਟਰਾਂਸਫਰਡ ਐਪੀਥੈਟ ਇਜ਼ ਟਰਾਂਸਫਰਡ from the noun, it is meant to describe to another noun in the sentence। ਜਦੋਂ ਆਪਾਂ ਨਾਊਨ ਦੇ ਨਾਲ ਕਿਸੇ ਐਡਜੈਕਟਿਵ ਦਾ ਯੂਜ਼ ਕਰਦੇ ਹਾਂ ਬਟ ਉਸ ਐਡਜੈਕਟਿਵ ਨੂੰ ਐਜ਼ ਅ ਨਾਊਨ ਹੀ ਕੰਸੀਡਰ ਕੀਤਾ ਜਾਂਦਾ ਆ। ਲਾਈਕ ਫੈਂਸੀ, ਡਰੀਮੀ ਇੱਕ ਐਡਜੈਕਟਿਵ ਆ ਬਟ ਉਹਨੂੰ ਆਪਾਂ ਐਜ਼ ਅ ਨਾਊਨ ਕੰਸੀਡਰ ਕਰ ਰਹੇ ਹਾਂ। ਸੋ ਇੱਦਾਂ ਦੀ ਜਦੋਂ ਟਰਮ ਯੂਜ਼ ਹੁੰਦੀ ਆ ਨਾਊਨ ਦੇ ਨਾਲ ਐਡਜੈਕਟਿਵ ਲੱਗਿਆ ਹੋਵੇ ਬਟ ਉਹਨੂੰ ਆਪਾਂ ਐਜ਼ ਅ ਨਾਊਨ ਹੀ ਯੂਜ਼ ਕਰਦੇ ਹਾਂ, ਉਹਨੂੰ ਆਪਾਂ ਟਰਾਂਸਫਰਡ ਐਪੀਥੈਟ ਕਹਿੰਦੇ ਹਾਂ। ਦੈਨ ਟਰਾਂਸਫਰਡ ਐਪੀਥੈਟ ਡਰੀਮੀ ਫੈਂਸੀਜ਼ ਰੈਫਰਸ ਟੂ ਦ ਪੀਪਲ ਹੂ ਹੈਵ ਡਰੀਮਸ। ਹੁਣ ਇੱਥੇ ਡਰੀਮੀ ਫੈਂਸੀਜ਼ ਦਾ ਮਤਲਬ ਹੈਗਾ ਆ ਪੀਪਲ ਹੂ ਹੈਵ ਡਰੀਮਸ। Then next in third stanza we have alliteration again. In first line M sound is repeating, M, memory, my, mother. Then darling, dreamers in third line, D sound is repeating. Then onomatopoeia again in last line, pattern. ठीक है students, so this is all about your poem Rain on the Roof. I hope now this poem is clear to you. ਸੋ ਇਹ ਸੀ ਪੋਇਮ ਜਿਹਦੇ ਵਿੱਚ ਪੋਇਟ ਨੇ ਆਪਣੀਆਂ ਪਾਸਟ ਦੀਆਂ ਮੈਮਰੀਜ਼ ਨੂੰ ਕੀ ਆ ਡਿਸਕਰਾਈਬ ਕੀਤਾ ਆ ਕਿ ਪਾਸਟ ਦੇ ਵਿੱਚ ਉਹਦੇ ਨਾਲ ਜਦੋਂ ਵੀ ਰੇਨ ਆਉਂਦੀ ਆ ਉਹਦੀਆਂ ਪਾਸਟ ਦੀਆਂ ਮੈਮਰੀਜ਼ ਜੋ ਆ ਉਹਨੂੰ ਯਾਦ ਆ ਜਾਂਦੀਆਂ ਆ। ਠੀਕ ਹੈ ਸਟੂਡੈਂਟਸ, ਨੈਕਸਟ ਵੀਕ ਵੀ ਵਿਲ ਡੂ ਸਮ ਅਨਦਰ ਟੋਪਿਕ ਫਰੋਮ ਯੋਰ ਲਿਟਰੇਚਰ ਔਰ ਮੂਵਮੈਂਟਸ ਬੁੱਕ। Till then, take care of yourself, students, and keep learning. Thank you.